ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਸ਼ੁਕਰ ਕਰਦੇ ਹਾਂ ਅੱਜ ਦਾ ਦਿਨ ਆਪਨੇ ਸਾਨੂੰ ਦਿੱਤਾ ਹੈ। ਇਸ ਦਿਨ ਵਿੱਚ ਅਸੀਂ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ। ਸਾਨੂੰ ਇਸ ਮਨਨ ਕਰਨ ਦੇ ਲਈ ਆਪਣੀ ਬੁੱਧੀ, ਆਪਣੀ ਸਮਝ, ਆਪਣਾ ਗਿਆਨ ਦੇ, ਤਾਂ ਕਿ ਤੇਰੇ ਇਸ ਵਚਨ ਦੇ ਰਾਹੀਂ ਅਸੀਂ ਆਪਣੇ ਜੀਵਨ ਨੂੰ ਤੇਰੀ ਯੋਗਤਾ ਦੇ ਅਨੁਸਾਰ ਪਰਮੇਸ਼ਰ ਪਿਤਾ ਤੇਰੀ ਜਿਉਂਦੀ ਆਸ ਦੇ ਵਿੱਚ ਪਰਮੇਸ਼ਰ ਪਿਤਾ ਸਥਿਰ ਹੋ ਕੇ ਤੇਰੇ ਵਿੱਚ तेरी मिलन की चाहत दे नाल बने रहिए और तेरा ही नाम उच्चा कर सकीए। अजिहा होने दे लई साडी मदद कर। हर एक सुनने वाले नूं अते बोलण वाले नूं परमेश्वर पिता अपने आत्मा की तौफीक दे के इस्तेमाल कर। सारा आदर मान आप नूं दिंदे होए बेनती मसीह यसू दे पवित्र ते समर्थी नाम विच मंगदे हां, आमीन। प्यारे अजीज, अज दे वचन दा मनन करन तो पहला मैं आप दे नाल परमेश्वर दे वचन नूं पढ़ना चाहुंदा हां, जिहड़ा मेरे अते आप दे लई आशीषयोग है। इत्थे लिखिया होया है प्रकाश दी पोथी 3 अध्याय उसकी 8 आयत तो मैं अज दा वचन दा हिस्सा लिया है। इत्थे लिखिया होया है, मैं तेरे कम्मां नूं जाणदा हां, वेख मैं तेरे सामने एक खुला होया बूहा ਜਿਹੜਾ ਕਿਸੇ ਤੋਂ ਵੰਦ ਨਹੀਂ ਹੁੰਦਾ ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ। ਇਸ ਵਚਨ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਹੈ ਯਿਸੂ ਮਸੀਹ ਦੇ ਰਾਹੀਂ ਸਾਡੇ ਲਈ ਖੁੱਲਿਆ ਹੋਇਆ ਬੂਹਾ। ਯਿਸੂ ਮਸੀਹ ਦੇ ਰਾਹੀਂ ਸਾਡੇ ਲਈ ਖੁੱਲਿਆ ਹੋਇਆ ਬੂਹਾ। ਇਹ ਇੱਕ ਬਹੁਤ ਇੰਪੋਰਟੈਂਟ ਸ਼ਬਦ ਹੈ ਜਿਹੜਾ ਲਿਖਿਆ ਹੈ, ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ। ਜਦੋਂ ਪੌਲਸ ਯਹੰਨਾ ਇਸ ਗੱਲ ਨੂੰ ਲਿਖ ਰਿਹਾ ਹੈ ਤਾਂ ਉਹ ਫਿਲਿਪਦੀਸੀਆ ਦੀ ਕਲੀਸਿਆ ਦੇ ਨਾਲ ਗੱਲਾਂ ਕਰ ਰਿਹਾ ਹੈ। ਪ੍ਰਭੂ ਯਿਸੂ ਮਸੀਹ ਨੇ ਇਸ ਬੂਹੇ ਨੂੰ ਖੋਲਿਆ ਹੈ। ਇਹ ਕਿਹੜਾ ਬੂਹਾ ਹੈ? ਮੁਕਤੀ ਦਾ। ਇਹ ਕਿਹੜਾ ਬੂਹਾ ਹੈ? ਪਾਪਾਂ ਤੋਂ ਛੁਟਕਾਰੇ ਦਾ, ਜਿਸ ਨੂੰ ਅੱਜ ਤੱਕ ਇਸ ਦੁਨੀਆ ਦਾ ਕੋਈ ਵੀ ਈਸ਼ਵਰ या पैगंबर या कोई भी देव नहीं खोल सकिया। क्योंकि बाणी दे विच जदों मैं प्रकाश की पोथी 5 अध्याय पढ़दा हाँ तो वह कहता है कि 2 आयत नूं मैं पढ़ रहा, 2 आयत तो मैं एक बली दूत नूं वड्डी आवाज़ नाल ਇਹ ਪ੍ਰਚਾਰ ਕਰਦਿਆਂ ਵੇਖਿਆ, ਭਾਈ ਪੋਥੀ ਨੂੰ ਖੋਲਣ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ? ਤਾਂ ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਸੀ ਜੋ ਇਸ ਪੋਥੀ ਨੂੰ ਖੋਲੇ ਜਾਂ ਉਸ ਉੱਤੇ ਨਿਗਾਹ ਕਰੇ। ਤਾਂ ਮੈਂ ਬਹੁਤ ਰੋਣਾ ਇਸ ਲਈ ਜੋ ਉਸ ਪੋਥੀ ਨੂੰ ਖੋਲਣ ਜਾਂ ਉਸ ਦੇ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਫਿਰ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤਰ ਵਿੱਚੋਂ ਹੈ ਅਤੇ ਦਾਊਦ ਦੀ ਜੜ ਹੈ, ਉਹ ਪੋਥੀ ਅਤੇ ਉਸ ਦੀਆਂ 7 ਮੋਹਰਾਂ ਨੂੰ ਖੋਲਣ ਦੇ ਲਈ ਜਿੱਤ ਗਿਆ ਹੈ। ਯਿਸੂ ਮਸੀਹ ਮਨੁੱਖ ਜਾਤੀ ਦੇ ਸਾਰੇ ਪਾਪ ਦੇ ਬੰਧਨ ਨੂੰ ਖੋਲਣ ਦੇ ਲਈ ਇੱਕੋ ਇੱਕ ਅਜਿਹਾ ਈਸ਼ਵਰ ਸੀ, ਅਜਿਹਾ ਪਰਮੇਸ਼ਰ ਦਾ ਘੱਲਿਆ ਹੋਇਆ ਸੀ ਜਿਹੜਾ ਸਾਡੇ ਪਾਪ ਦੇ ਬੰਧਨ ਨੂੰ ਖੋਲ ਸਕਦਾ ਸੀ ਅਤੇ ਸਾਨੂੰ ਉਸ ਤੋਂ ਆਜ਼ਾਦ ਕਰਕੇ ਆਪਣੀ ਸੰਤਾਨ ਬਣਾ ਸਕਦਾ ਹੈ। ਕੋਈ ਹੋਰ ਇਸ ਦੁਨੀਆ ਦੇ ਵਿੱਚ ਹੈ ਨਹੀਂ ਸੀ। और कई भुखियां प्यासियां आत्मावां खुशखबरी दे लई तैयार हन। अपनी सेवा विच प्रभु दी इच्छा अते उस दी गवाही नूं खोजो
ਅਤੇ ਉਹ ਤੁਹਾਨੂੰ ਦੱਸੇਗਾ। ਅਸੀਂ ਅਨੁਭਵ ਨਾਲ ਵੇਖਿਆ ਹੈ ਕਿ ਜਦ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਤਦ ਕਿੱਥੇ ਅਤੇ ਕਦੋਂ ਜਾਣਾ ਹੈ ਇਹ ਪ੍ਰਭੂ ਦੱਸਦਾ ਹੈ। ਖੁਸ਼ਖਬਰੀ ਦੇ ਲਈ ਤਿਆਰ ਆਤਮਾ ਉੱਥੇ ਹੁੰਦੀਆਂ ਹਨ ਅਤੇ ਉੱਥੇ ਬੂਹਾ ਖੁੱਲ੍ਹਾ ਹੁੰਦਾ ਹੈ। ਪਰ ਜਦੋਂ ਮੈਂ ਫਿਲਿਪਦੇਲਫੀਆ ਦੇ ਲਈ ਇਹ ਦੁਆਰ ਖੁੱਲ੍ਹਾ ਹੋਇਆ ਵੇਖਦਾ ਹਾਂ ਤਾਂ ਇਸ ਦੁਆਰ ਦੇ ਵਿੱਚ ਇੱਕ ਗੱਲ ਧਿਆਨ ਦੇਣ ਯੋਗ ਸੀ। ਉਹ ਕੀ ਸੀ? ਕਹਿੰਦਾ ਹੈ ਕਿ ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸੀ, ਇਸ ਵਚਨ ਦੇ ਉੱਤੇ ਧਿਆਨ ਦੇ ਰਿਹਾ ਸੀ, ਤਾਂ ਇਸ ਵਚਨ ਦੇ ਉੱਤੇ ਮੈਂ ਕੀ ਦੇਖ ਰਿਹਾ ਹਾਂ ਕਿ ਪੁਨਰੁੱਥ ਮਸੀਹ ਦੀ ਫਿਲਿਪਦੇਲਫੀਆ ਦੀ ਕਲੀਸਿਆ ਨੂੰ ਇਹ ਬੜੀ ਪ੍ਰਤਿਗਿਆ ਸੀ ਕਿ ਉਹਨਾਂ ਦੇ ਸਾਹਮਣੇ ਇੱਕ ਦੁਆਰ ਖੁੱਲ੍ਹਾ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ। ਤਾਂ ਇਸ ਖੁੱਲੇ ਹੋਏ ਦੁਆਰ ਦਾ ਅਰਥ ਕੀ ਹੈ? ਜਦੋਂ ਇਸ ਨੂੰ ਮੈਂ ਧਿਆਨ ਦਿੰਦਾ ਹਾਂ ਤਾਂ ਮੈਂ ਇਹ ਕੀ ਸਮਝਦਾ ਹਾਂ, ਇਹ ਖੁਸ਼ਖਬਰੀ ਦੇ ਸੁਸੰਦੇਸ਼ ਨੂੰ ਸੁਣਾਉਣ ਦਾ ਖੁੱਲਾ ਦੁਆਰ ਹੈ। ਅੱਜ ਮੌਕਾ ਸਾਡੇ ਲਈ ਖੁੱਲਾ ਹੈ। ਹਰ ਇੱਕ ਜਗ੍ਹਾ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰ ਸਕਦੇ ਹਾਂ, ਪਰ ਇੱਕ ਸਮਾਂ ਆਏਗਾ ਜਦੋਂ ਸਾਡੇ ਕੋਲ ਪ੍ਰਚਾਰ ਕਰਨ ਦਾ ਅਵਸਰ ਨਹੀਂ ਹੋਵੇਗਾ। ਅਸੀਂ ਅਕਸਰ ਜਦੋਂ ਇਹਨਾਂ ਦਿਨਾਂ ਦੇ ਵਿੱਚ ਔਰ ਕਦੋਂ ਵੀ ਪ੍ਰਚਾਰ ਕਰਨ ਜਾਂਦੇ ਹਾਂ ਤਾਂ ਇੱਕ ਗੀਤ ਮੈਂ ਜ਼ਰੂਰ ਗਾਣਾ ਹੁੰਦਾ ਹਾਂ, ਔਰ ਗੀਤ ਉਹ ਮੇਰੇ ਦਿਲ ਨੂੰ ਲੱਗਦਾ, ਉਹ ਮੇਰੇ ਹਮੇਸ਼ਾ ਕਦੇ ਵੀ ਮੈਂ ਕਿਤੇ ਵੀ ਹੋਵਾਂ ਜਾਂ ਮੈਂ ਇਕੱਲਾ ਸਫ਼ਰ ਦੇ ਵਿੱਚ ਹੋਵਾਂ ਤਾਂ ਮੈਂ ਉਸ ਨੂੰ ਗੁਣਗੁਣਾਉਣਾ ਹੈ। ਕੀ ਹੈ ਉਹ ਗੀਤ? ਮੈਂ ਗਾ ਕੇ ਕੁਝ ਪੰਕਤੀਆਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਇੱਕ आग हर दिल में हमको जलाना है, एक आग हर दिल में हमको जलाना है, भटके हुए जीवन को प्रभु से मिलाना है, भटके हुए जीवन को प्रभु से मिलाना है। इतने सरल ये रास्ते कल ना खुले होंगे, प्रचार के अवसर हमें फिर ना मिले होंगे। इतने सरल ये रास्ते कल ना खुले होंगे, प्रचार के अवसर हमें फिर ना मिले होंगे। तैयार रहना हर घड़ी खुद को मिटाना है, तैयार रहना हर घड़ी खुद को मिटाना है। एक आग हर दिल में हमको जलाना है, भटके हुए जीवन को प्रभु से मिलाना है। ਇਹ ਗੀਤ ਮੇਰੇ ਲਈ ਇਸ ਗੱਲ ਨੂੰ ਦੱਸਦਾ ਹੈ ਕਿ ਸਾਡੇ ਲਈ ਹੁਣ ਖੁਸ਼ਖਬਰੀ ਦਾ ਦੁਆਰ ਖੁੱਲ੍ਹਾ ਹੋਇਆ ਹੈ। ਔਰ ਇਹ ਜਦੋਂ ਮੈਂ ਵਚਨ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪੜ੍ਹਦਾ ਤਾਂ ਮੈਂ ਇਸ ਦਾ ਅਰਥ ਹੀ ਲੱਭਦਾ। ਕੁਰੰਥ ਦਾ ਜਿਹੜਾ ਲਿਖਣ ਵਾਲਾ ਪੌਲਸ ਹੈ ਉਹ ਕੀ ਕਹਿੰਦਾ ਹੈ? ਕੁਰੰਥ ਦੇ ਨਿਵਾਸੀਆਂ ਨੂੰ ਪੱਤਰ ਲਿਖਦੇ ਹੋਏ ਕਹਿੰਦਾ, ਮੇਰੇ ਲਈ ਇੱਕ ਵੱਡਾ ਅਤੇ ਉਪਯੋਗੀ ਦੁਆਰ ਖੁੱਲ੍ਹਾ ਹੋਇਆ ਹੈ। ਪਹਿਲਾ ਕੁਰੰਥੀਆਂ 16:9 ਦੇ ਵਿੱਚ ਅਸੀਂ ਪੜ੍ਹਦੇ ਹਾਂ। ਇਸ ਗੱਲ ਦੇ ਨਾਲ ਮੈਂ ਸੰਬੰਧਿਤ ਗੱਲ ਕਰ ਰਿਹਾ। ਫਿਰ ਦੂਸਰਾ ਉਹ ਕਹਿੰਦਾ ਹੈ, ਜਦ ਪੌਲਸ ਤਰਾਸ ਨੂੰ ਆਇਆ ਤਾਂ ਉਹ ਕਹਿੰਦਾ ਹੈ, ਪ੍ਰਭੂ ਨੇ ਮੇਰੇ ਲਈ ਇੱਕ ਦੁਆਰ ਖੋਲ ਦਿੱਤਾ ਹੈ। ਜਿਹੜਾ ਖੁੱਲ੍ਹਾ ਹੋਇਆ ਦੁਆਰ ਖੋਲ ਦਿੱਤਾ ਹੈ। ਦੂਸਰਾ ਕੁਰੰਥੀਆਂ 2:12। ਮੈਂ ਸਮਝਦਾ ਹਾਂ ਸਾਡੇ ਵਿਸ਼ਵਾਸੀ ਭਾਵੇਂ ਹਿੰਦੁਸਤਾਨ ਦੇ ਵਿੱਚ ਹੈ, ਭਾਵੇਂ ਅਮਰੀਕਾ ਦੇ ਵਿੱਚ ਹੈ, ਭਾਵੇਂ ਕੈਨੇਡਾ ਦੇ ਵਿੱਚ ਹੈ, ਭਾਵੇਂ ਇੰਗਲੈਂਡ ਦੇ ਵਿੱਚ, ਸਕਾਟਲੈਂਡ ਦੇ ਵਿੱਚ ਹੈ, ਲੰਡਨ ਦੇ ਵਿੱਚ ਹੈ, ਹਰ ਇੱਕ ਜਗ੍ਹਾ ਦੇ ਉੱਤੇ ਪਰਮੇਸ਼ਵਰ ਨੇ ਇਹ ਖੁਸ਼ਖਬਰੀ ਦਾ ਦੁਆਰ ਖੋਲ੍ਹਿਆ ਹੋਇਆ ਹੈ।
खुला है। ਯਿਸੂ ਮਸੀਹ ਨੇ ਇਹ द्वार जो मेरे लिए खोलिया, जिन्हों ने प्रभु की मुक्ति ਨੂੰ पा लिया है, उन्होंने लिए ये द्वार खुला है कि जाओ जाके खुशखबरी का प्रचार करो। पौलुस ही कर रहा है, और पौलुस कहता है मेरे विच इस खुशखबरी दे लिए अणख है। अणख का मतलब ਜਿਹੜੇ प्रभु ਯਿਸੂ मसीह विच पैदा हो गए है, वो प्रभु ਯਿਸੂ मसीह के हुक्म के प्रति अणखी है, और उन्होंने विच अणख है। और ये अणख उन्होंने दिन रात सौण नहीं दिंदी है। ये जो मैं गाना गाँदा हाँ तो एक फिकरा जड़ा है वो ये कहता है, संसार की आशा भरी नजरें हमी पर है, उद्धार का संदेश भी कांधों के ऊपर है। संसार की आशा भरी नजरें हमी पर है, उद्धार का संदेश भी कांधों के ऊपर है। एक दीप से लाखों दिए हमको जलाना है, एक दीप से लाखों दिए हमको जलाना है। भटके हुए जीवन को प्रभु से मिलाना है, एक आग हर दिल में। मैं समझदा हाँ साडे लई हुणे द्वार खुलिया, संसार दे लोकां दी आस है साडे उत्ते। कौन सानू बचावेगा, कौन सानू इस पाप दे बंधन तो छुड़ावेगा। मेरे कोल मुक्ति दी अंजील है, मेरे कोल परमेश्वर दा वचन है जिहड़ा जाके उन्हां तक पहुंचाना है। असी हर्षो उल्लास दे विच नहीं जाना है, असी ये नहीं कहना क्रिसमस आ गई है चलो असी खुशियां मनाइया, नहीं, नथिंग। मेरे लिए ये अंजील जो परमेश्वर ने इस संसार दे लिए मुक्ति का दरवाजा खोलिया है, उसनू लैके उन्हां तक पहुंचना है ताकि वो इस मुक्ति दे नाल अपने जीवन नू सुरक्षित कर सकन। जिस दे लई मेरा प्रभु इस दुनिया दे विच शैतान दे पाप दे बंधना तो सानू छुड़ाउण दे लई आया सी। ये मेरा अते आप दा कर्तव्य है। और इस विच पौलुस ये कहंदा है कोलोसे दे लोकां नू बेनती करदा है, परमेश्वर ने उस दे लई वचन सुनाण दा द्वार खोलिया है। कोलोसियां 4:3 विच। मेरे प्यारे अजीज, कि मेरे विच इस वेले अग है, जलन है, कि तुहाडे विच है। ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ, ਕਿਸ ਤਰ੍ਹਾਂ ਲੋਕ ਜਾ ਰਹੇ ਆ, ਕਿਸ ਤਰ੍ਹਾਂ ਲੋਕ ਫਿਰ ਰਹੇ ਆ, ਉਹਨਾਂ ਕੋਲ ਮੁਕਤੀ ਦੀ ਖਬਰ ਨਹੀਂ ਹੈ ਕਿ ਮੇਰੇ ਵਿੱਚ ਉਹ ਤਰਸ ਹੈ, ਮੇਰੇ ਵਿੱਚ ਉਹ ਦਰਦ ਹੈ। ਜਿਵੇਂ ਪ੍ਰਭੂ ਉਸ ਭੀੜ ਨੂੰ ਦੇਖ ਕੇ ਮੈਨੂੰ ਇਸ ਭੀੜ ਤੇ ਤਰਸ ਆ ਰਿਹਾ, ਬਰਾਬਰ 3 ਦਿਨਾਂ ਤੋਂ ਮੇਰੇ ਨਾਲ ਚਲਦੀ ਆ ਰਹੀ ਹੈ। ਕਿ ਸਾਡੇ ਵਿੱਚ ਉਹ ਹੈ ਪਿਆਰੋ, ਜੇ ਮੇਰੇ ਵਿੱਚ ਹੈ ਤਾਂ ਉਸ ਖੁੱਲੇ ਹੋਏ ਦਰਵਾਜ਼ੇ ਦਾ जो परमेश्वर ने मुक्ति का खोलिया होया है, एक दिन वो आएगा। लिखिया है जदों 10 कुआरियां थे, 5 जदों प्रवेश कर गई, दरवाजा बंद हो गया, वो बंद हो जाएगा। हुण वो खुला होया है। मेरे नाल दा घर, मेरे नाल दा पड़ोसी, मेरे आले दुआले दे लोग जिहड़े इस वेले तरस रहे हैं, मर रहे हैं, जे उन्हां नूं मैं संदेश नहीं दे रहा तां एक दिन जदों न्याय होएगा तो परमेश्वर मैं तो पूछेगा, तो मेरे को की जवाब होएगा? कि मेरे को उस संदेश देने का मौका है? मैनू किसी एक भरा ने कहा, भाजी मैनू दसो कि असी लोगों को किद्दां वचन दसी। मैं क्या एको ही गल कहनी है भाई, डरना नहीं, घबराना नहीं, क्योंकि परमेश्वर ने आप किया है कि युग के अंत तक सदैव मैं तुहाडे नाल हां। की कहना है? हाँ भाई, मैं तुहानू एक संदेश देना चाहता हाँ। वो संदेश मेरे जीवन, मेरे आत्मिक जीवन नू बचाउण दे लई है। प्रभु यीशु मसीह
ਪਰਮੇਸ਼ਰ ਪੁੱਤਰ ਇਸ ਦੁਨੀਆ ਦੇ ਵਿੱਚ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ। ਪਾਪੀਆਂ ਦੇ ਖਾਤਰ ਉਹਨਾਂ ਦੇ ਜੋ ਪਾਪ ਕੀਤੇ ਸੀ, ਉਹਨਾਂ ਦੇ ਪਾਪ ਦੇ ਬਦਲੇ ਉਸਨੇ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦੇ ਦਿੱਤੀ। ਕਲਵਰੀ ਕਰੂਸ ਦਾ ਮਤਲਬ ਉਹ ਸ਼ਰਾਪਿਤ ਜਗ੍ਹਾ ਤੇ, ਜਿੱਥੇ ਮੈਂ ਜਾਣਾ ਸੀ, ਜਿਸ ਜਗ੍ਹਾ ਦੇ ਉੱਤੇ ਮੈਨੂੰ ਲਟਕਣਾ ਸੀ, ਜਿਸ ਜਗ੍ਹਾ ਦੇ ਉੱਤੇ ਮੈਨੂੰ ਤਸੀਹੇ ਚੱਲਣੇ ਸੀ, ਜਿਸ ਜਗ੍ਹਾ ਦੇ ਉੱਤੇ ਮੈਂ ਮਾਰ ਖਾਣੀ ਸੀ, ਉਸਨੇ ਮਾਰ ਖਾਧੀ। ਕਾਹਦੇ ਲਈ? ਪਾਪ ਦੇ ਲਈ। ਉਹ ਜ਼ਮੀਨ ਦੇ ਲਈ ਨਹੀਂ ਮਰਿਆ, ਉਹ ਧਰਮ ਦੇ ਲਈ ਨਹੀਂ ਮਰਿਆ, ਉਹ ਪਾਪੀ ਦੇ ਲਈ ਮਰਿਆ, ਪਾਪੀ ਦੇ ਲਈ। ਪਾਪ ਨੂੰ ਨਸ਼ਟ ਕਰਨ ਦੇ ਲਈ ਕਲਵਰੀ ਕਰੂਸ ਦੇ ਉੱਤੇ ਉਸਨੇ ਆਪਣੀ ਜਾਨ ਦਿੱਤੀ, ਔਰ ਉਹ ਪਾਪ ਦੇ ਲਈ ਮਰਿਆ ਅਤੇ ਦਫਨ ਹੋ ਗਿਆ, ਅਤੇ ਪਰਮੇਸ਼ਰ ਦੀ ਸਮਰੱਥ ਦੇ ਨਾਲ ਤੀਸਰੇ ਦਿਹਾੜੇ ਜੀ ਉੱਠਿਆ, ਮੁਰਦਿਆਂ ਵਿੱਚੋਂ ਜੀ ਉੱਠਿਆ। ਇਹਦਾ ਮਤਲਬ, ਜੀ ਉੱਠਣ ਦਾ ਮਤਲਬ, ਮੈਨੂੰ ਪਾਪਾਂ ਤੋਂ ਉਸਨੇ ਮਾਫ ਕਰਕੇ, ਆਪਣੇ ਲਹੂ ਦੇ ਨਾਲ ਪਾਪ ਧੋ ਕੇ ਮੈਨੂੰ ਮਸੀਹ ਯਸੂ ਦੇ ਵਿੱਚ ਜੀਵੰਤ ਕਰ ਦਿੱਤਾ, ਕਿ ਇਸ ਧਰਤੀ ਦੇ ਵਿੱਚ ਮੈਂ ਜੀਵੰਤ ਜੀਵਨ ਬਤੀਤ ਕਰਦਾ ਹੋਇਆ ਜਦੋਂ ਮੇਰਾ ਪ੍ਰਭੂ ਬਦਲਾਂ ਤੇ ਆਵੇ ਤਾਂ ਮੈਂ ਉਸ ਜਿਉਂਦੀ ਆਸ ਦੇ ਨਾਲ ਉਸ ਨਾਲ ਬਦਲਾਂ ਤੇ ਜਾਵਾਂਗਾ। ਇਹ ਵਿਸ਼ਵਾਸ ਕਰਨਾ ਹੈ। ਜਦ ਤੁਸੀਂ ਵਿਸ਼ਵਾਸ ਕਰੋਗੇ ਤਾਂ ਤੁਸੀਂ ਪਰਮੇਸ਼ਰ ਦੀ ਸੰਤਾਨ ਬਣ ਜਾਓਗੇ, ਔਰ ਜੇ ਤੁਸੀਂ ਪਰਮੇਸ਼ਰ ਦੀ ਸੰਤਾਨ ਬਣ ਗਏ ਤਾਂ ਤੁਸੀਂ ਸਵਰਗ ਦੇ ਅਧਿਕਾਰੀ ਹੋ ਗਏ, ਕਿਉਂਕਿ ਪ੍ਰਭੂ ਨੇ ਕਿਹਾ ਜਿੱਥੇ ਮੈਂ ਆ ਉੱਥੇ ਤੁਸੀਂ ਹੋਵੋਗੇ। ਯਹੋਨਾ 14:3 ਦੇ ਵਿੱਚ ਲਿਖਿਆ ਹੈ। ਇਹਦਾ ਮਤਲਬ ਇਹ ਮੇਰੇ ਲਈ ਖੁੱਲਾ ਦੁਆਰ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਰਸੂਲਾਂ ਦੇ ਵਿੱਚ, ਰਸੂਲਾਂ ਦੇ ਕਰਤੱਵ ਦੇ ਵਿੱਚ, ਜਦੋਂ ਪੌਲਸ ਅੰਤਾਕਿਆ ਵਿੱਚ ਆਇਆ ਤਾਂ ਉਸਨੇ ਦੱਸਿਆ ਕਿ ਪਰਮੇਸ਼ਰ ਨੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦੁਆਰ ਖੋਲ ਦਿੱਤਾ ਹੈ। ਜਦੋਂ ਆਤੰਕ ਦੇ ਭਰਾਵਾਂ ਦੇ ਨਾਲ ਮਿਲਿਆ, ਜਦੋਂ ਉਹਨਾਂ ਦੇ ਵਿੱਚ ਗਿਆ ਤਾਂ ਕਹਿੰਦਾ ਪਰਾਈਆਂ ਕੌਮਾਂ ਦੇ ਵਿੱਚ ਜਾ ਕੇ ਪਰਮੇਸ਼ਰ ਨੇ ਉਹਨਾਂ ਦੇ ਲਈ ਦੁਆਰ ਵਿਸ਼ਵਾਸ ਦਾ ਖੋਲ ਦਿੱਤਾ ਹੈ। ਮੇਰੇ ਪਿਆਰੇ ਅਸੀਸ, ਮਾਈ ਰਿਸਪੌਂਸਿਬਿਲਿਟੀ, ਮੇਰੀ ਜ਼ਿੰਮੇਦਾਰੀ, ਪਰਮੇਸ਼ਰ ਦਾ ਦੁਆਰ ਖੁੱਲਾ ਹੋਇਆ ਹੈ। ਅਸੀਂ ਉਸ ਖੁੱਲੇ ਹੋਏ ਦੁਆਰ ਦੇ ਵਿੱਚ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਦੇਣਾ ਹੈ। ਜੇ ਅਸੀਂ ਇਹ ਨਹੀਂ ਦਿੰਦੇ ਹਾਂ ਤਾਂ ਅਸੀਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਚੋਰ ਹਾਂ, ਵਿਸ਼ਵਾਸੀ ਚੋਰ। ਬੜਾ ਦੁੱਖ ਹੁੰਦਾ ਹੈ, ਖੇਦਤ ਹੁੰਦੇ ਹਾਂ ਜਦੋਂ ਮਸੀਹ ਲੋਕਾਂ ਨੂੰ ਪ੍ਰਭੂ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਨਾ ਕਰਨ ਦੀ ਬਜਾਏ ਹੋਰ ਗੱਲਾਂ ਦੇ ਵਿੱਚ ਉਹ ਆਪਣੇ ਆਪ ਨੂੰ ਵਿਵਸਥਿਤ ਕਰ ਲੈਂਦੇ। ਕਈ ਵਿਸ਼ਵਾਸੀਆਂ ਦੀ ਚੁਗਲੀ ਕਰਦੇ ਰਹਿੰਦੇ ਨੇ, ਕਈ ਵਿਸ਼ਵਾਸੀਆਂ ਦੀ ਨਿੰਦਾ ਕਰਦੇ ਰਹਿੰਦੇ ਨੇ, ਕਈ ਜੋ ਕੰਮ ਬਣਾ ਰਹੇ ਆ ਪ੍ਰਭੂ ਦੇ ਵਿੱਚ ਉਹਨਾਂ ਦੇ ਵਿੱਚ ਅੜਿੱਕੇ ਦਾ ਕਾਰਨ ਬਣ ਜਾਂਦੇ ਆ। ਕਈਆਂ ਦੇ ਵਿੱਚ ਇੰਨੀ ਈਗੋ ਹੁੰਦੀ ਹੈ ਕਿ ਉਹ ਪ੍ਰਭੂ ਦੇ ਵਚਨ ਨੂੰ ਨਾ ਦੱਸਣ ਦੀ ਬਜਾਏ ਘਮੰਡ ਦੇ ਨਾਲ ਕਲੀਸਿਆ ਦੇ ਵਿੱਚ ਅਗਲੀਆਂ ਸੀਟਾਂ ਦੇ ਵਿੱਚ ਬੈਠਣਾ ਪਸੰਦ ਕਰਦੇ। ਜੇ ਉਹਨਾਂ ਨੂੰ ਨਾ ਪੁੱਛਿਆ ਗਿਆ ਤਾਂ ਉੱਥੇ ਫਸਾਦ ਦਾ ਕਾਰਨ ਬਣ ਜਾਂਦੇ ਆ। ਮੇਰੇ ਪਿਆਰੇ ਅਸੀਸ, ਸਾਡੇ ਲਈ ਇਹ ਕੰਮ ਨਹੀਂ ਹੈ। ਸਾਡੇ ਲਈ ਕੰਮ ਕੀ ਹੈ? ਖੁਸ਼ਖਬਰੀ ਦਾ ਪ੍ਰਚਾਰ ਕਰਨਾ। ਉਸ ਦਾ ਦੁਆਰ ਮੇਰੇ ਲਈ ਮਸੀਹ ਯਸੂ ਨੇ ਅੱਜ ਤੋਂ 2021 ਸਾਲ ਪਹਿਲਾਂ, ਮਤਲਬ ਕਿ ਹੁਣ 20 ਚੱਲ ਰਿਹਾ ਹੈ, ਅੱਗੇ ਕੀ ਆਣਾ, 20 ਸਾਲ ਪਹਿਲਾਂ ਖੋਲ ਦਿੱਤਾ ਹੈ। ਤਾਂ ਕੀ ਮੈਂ ਉਸ ਖੁੱਲੇ ਹੋਏ ਦੁਆਰ ਦਾ ਜੋ ਪ੍ਰਭੂ ਨੇ ਖੋਲਿਆ ਹੈ ਔਰ ਜਿਸ ਵਿੱਚ ਉਸਨੇ ਮੈਨੂੰ ਅਤੇ ਆਪ ਨੂੰ ਇੱਕ ਰਿਸਪੌਂਸਿਬਿਲਿਟੀ ਦਿੱਤੀ ਹੈ, ਮਰਕੁਸ ਦੀ ਅੰਜੀਲ 16:15, ਜਾਓ ਜਾ ਕੇ ਸਰਵੋੱਚ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਯਿਸੂ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੋ, ਜਿਸ ਦਾ ਦਰਵਾਜ਼ਾ ਮੇਰੇ ਅਤੇ ਆਪ ਦੇ ਲਈ ਖੁੱਲਿਆ ਹੋਇਆ ਹੈ। ਮੈਂ ਇੱਕ ਆਪਣਾ ਗੱਲ ਦੱਸਣਾ ਚਾਹੁੰਦਾ। ਮੈਂ ਇੱਕ ਘਰ ਦੇ ਵਿੱਚ ਗਿਆ ਤੇ ਉਹ ਮਤਲਬ ਕਿ ਆਪਣੇ ਆਪ ਨੂੰ ਮਸੀਹ ਅਖਵਾਉਣ ਤੋਂ ਬੜਾ ਡਰਦੇ ਸੀ, ਤੇ ਮੇਰੀ ਜਿਹੜੀ ਆਵਾਜ਼ ਹੈ ਉਹ ਬੜੀ ਉੱਚੀ ਹੈ। ਮੈਂ ਹੌਲੀ ਨਹੀਂ ਬੋਲਦਾ, ਮੇਰੀ ਇੱਕ ਆਦਤ ਹੈ, ਮੈਂ ਹੌਲੀ ਨਹੀਂ। ਜੇ ਮੈਨੂੰ ਕੋਈ ਕਹੇ ਵੀ ਤਾਂ ਵੀ ਮੈਂ ਉੱਚੀ ਬੋਲਦਾ।
ਔਰ ਉਹਨਾਂ ਨੇ ਘਰ ਦੇ ਵਿੱਚ ਉਹਨਾਂ ਨੇ ਕਿਹਾ, ਮੈਨੂੰ ਇੱਕ ਦੋ ਵਾਰ ਕਿਹਾ ਕਿ ਭਾਜੀ ਤੁਸੀਂ ਹੌਲੀ ਬੋਲੋ, ਆਲੇ ਦੁਆਲੇ ਦੇ ਲੋਕਾਂ ਨੇ ਕਹਿਣਾ ਇਹ ਮਸੀਹੀ ਬਣ ਗਏ। ਮੈਂ ਕਿਹਾ ਨਹੀਂ, ਇਹ ਤਾਂ ਅਸੀਂ ਗਵਾਹ ਬਣਨਾ, ਸਾਨੂੰ ਦੱਸਣ ਦੀ ਲੋੜ ਹੈ। ਫਿਰ ਮੈਂ ਕੀ ਕੀਤਾ, ਜਦੋਂ ਮੈਂ ਅਗਲੀ ਵਾਰ ਗਿਆ ਤਾਂ ਮੈਂ ਮਤਲਬ ਕਿ ਹੌਲੀ ਦੀ ਬਜਾਏ ਪੂਰਾ ਡਟ ਕੇ ਪ੍ਰਚਾਰ ਕੀਤਾ। ਜਦੋਂ ਮੈਂ ਡਟ ਕੇ ਪ੍ਰਚਾਰ ਕਰ ਰਿਹਾ ਸੀ, ਉਹਨਾਂ ਦੇ ਇੱਧਰਲੇ ਪਾਸੋਂ ਵੀ ਲੋਕ ਆ ਗਏ, ਇੱਧਰਲੇ ਪਾਸੇ ਉਹ ਵੀ ਵਿੱਚ ਆ ਕੇ ਬੈਠ ਗਏ। ਉਹਨਾਂ ਨੇ ਵੀ ਉਸ ਬਾਣੀ ਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ, ਭਾਈ ਇਹ ਤਾਂ ਬਹੁਤ ਵਧੀਆ ਹੈ, ਸੱਚਮੁੱਚ ਸਾਨੂੰ ਪਤਾ ਲੱਗਾ ਕਿ ਇਹ ਰੱਬ ਦੀ ਬਾਣੀ ਇੰਨੀ ਸੱਚੀ ਬਾਣੀ ਹੈ ਕਿ ਉਸਨੇ ਸਾਡੇ ਲਈ ਇੰਨਾ ਵੱਡਾ ਉਪਰਾਲਾ ਕੀਤਾ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ। ਤੁਸੀਂ, ਉਹਨਾਂ ਨੇ ਕਿਹਾ, ਜਦੋਂ ਵੀ ਇਹ ਭਾਜੀ ਆਉਣ ਤੁਸੀਂ ਸਾਨੂੰ ਬੁਲਾ ਲਿਆ ਕਰੋ, ਅਸੀਂ ਪ੍ਰਭੂ ਦੀ ਬਾਣੀ ਨੂੰ ਸੁਣਨਾ ਅਤੇ ਜਾਣਨਾ ਚਾਹੁੰਦੇ ਹਾਂ। ਉਹਨਾਂ ਦੇ ਲਈ ਮੁਕਤੀ ਦਾ ਦੁਆਰ ਖੁੱਲ ਗਿਆ। ਮੈਂ ਚਾਹੁੰਦਾ ਜਿਸ ਤਰ੍ਹਾਂ ਉਹ ਦੁਆਰ ਖੁੱਲਿਆ ਹੈ, ਇਸੇ ਤਰ੍ਹਾਂ ਤੁਸੀਂ ਵੀ ਕਿਸੇ ਦੇ ਘਰ ਦੇ ਵਿੱਚ, ਕਿਸੇ ਦੇ ਜੀਵਨ ਦੇ ਵਿੱਚ, ਉਹਦੇ ਦਿਲ ਦੇ ਵਿੱਚ ਯਿਸੂ ਮਸੀਹ ਦਾ ਖੁੱਲਿਆ ਹੋਇਆ ਦੁਆਰ ਮੁਕਤੀ ਦੇ ਨਾਲ ਤੁਸੀਂ ਖੋਲ ਸਕਦੇ ਹੋ। ਕਿਉਂਕਿ ਉਹ ਦੁਆਰ ਅੱਜ ਕਿਸੇ ਨੇ ਮੇਰੇ ਜੀਵਨ ਦੇ ਵਿੱਚ 1992 ਦੇ ਵਿੱਚ ਮੇਰੇ ਜੀਵਨ 'ਚ ਖੋਲ੍ਹਿਆ ਸੀ, ਤਾਂ ਕੀ ਤੁਹਾਡੇ ਰਾਹੀਂ ਉਹ ਕਿਸੇ ਦੇ ਜੀਵਨ ਦੇ ਵਿੱਚ ਨਾ ਖੁੱਲੇਗਾ? ਬਾਈਬਲ ਦੇ ਵਿੱਚ ਇਸੇ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ 3:20 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਸਵੈਂ ਇੱਕ ਗੱਲ ਕਹਿੰਦਾ, ਵੇਖ ਮੈਂ ਬੂਹੇ ਉੱਤੇ ਖਲੋਤਾ ਖੜਖੜਾਉਣਾ ਹਾਂ, ਜੋ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ, ਮੈਂ ਉਸ ਕੋਲ ਅੰਦਰ ਜਾਵਾਂਗਾ, ਉਸ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ ਭੋਜਨ ਕਰੇਗਾ। ਕਿਆ ਬਾਤ ਹੈ, ਵੰਡਰਫੁਲ। ਇਹਦਾ ਮਤਲਬ ਪਰਮੇਸ਼ਵਰ ਦਾ ਦੁਆਰ ਖੁੱਲਿਆ ਹੋਇਆ ਹੈ। ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਾਂਗਾ ਤਾਂ ਉਹ ਮੇਰੇ ਨਾਲ ਸੰਗਤ ਕਰਨਾ ਚਾਹੁੰਦਾ ਹੈ ਤੇ ਸਾਡੀ ਸੰਗਤ ਉਹਦੇ ਨਾਲ ਹੋਣੀ ਚਾਹੀਦੀ ਹੈ। ਕੀ ਅਸੀਂ ਇਸ ਤਰ੍ਹਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ? ਕੀ ਅਸੀਂ ਤਿਆਰ ਕੀਤਾ? ਪਹਿਲੀ ਗੱਲ, ਪਰਮੇਸ਼ਵਰ ਨੇ ਮੇਰੇ ਲਈ ਦੁਆਰ ਖੋਲਿਆ ਹੈ। ਕਾਹਦਾ? ਪ੍ਰਚਾਰ ਦਾ। ਜੇ ਮੇਰੇ ਲਈ ਦੁਆਰ ਖੋਲਿਆ ਹੈ, ਮੈਂ ਉਸ ਮੁਕਤੀ ਦੇ ਅਧੀਨ ਆਇਆ, ਤਾਂ ਪਰਮੇਸ਼ਵਰ ਨੇ ਦੂਸਰਿਆਂ ਦੇ ਲਈ ਵੀ ਦੁਆਰ ਖੋਲਿਆ। ਪੌਲਸ ਰਸੂਲ ਇੱਥੇ ਕਹਿ ਰਿਹਾ, ਕਹਿੰਦਾ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦੁਆਰ ਖੋਲ ਦਿੱਤਾ। ਤੇ ਕੀ ਅੱਜ ਮੇਰੇ ਰਾਹੀਂ ਉਹ ਵਿਸ਼ਵਾਸ ਦਾ ਦੁਆਰ ਕਿਸੇ ਦੂਸਰੇ ਦੇ ਦਿਲ ਦੇ ਵਿੱਚ, ਕਿਸੇ ਤੀਸਰੇ ਦੇ ਦਿਲ ਦੇ ਵਿੱਚ ਨਾ ਖੁੱਲੇਗਾ? ਮੇਰੇ ਪ੍ਰਚਾਰ ਕਰਨ ਦੇ ਨਾਲ ਪ੍ਰਭੂ ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਪ੍ਰਭੂ ਤੁਹਾਨੂੰ ਚਾਹੁੰਦਾ ਹੈ ਕਿ ਤੁਸੀਂ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਪ੍ਰਚਾਰ ਕਰੋ ਜਿਹੜੇ ਇਸ ਬਲਦੀ ਹੋਈ ਸੰਸਾਰ ਦੇ ਪਾਪਾਂ ਦੀ ਅੱਗ ਦੇ ਵਿੱਚ ਸੜ ਰਹੇ ਨੇ। ਔਰ ਉਹਦੇ ਲਈ ਮੈਂ ਇੱਕ ਵਚਨ ਪੜ੍ਹਨਾ ਚਾਹੁੰਦਾ। ਵਚਨ ਪੜ੍ਹ ਕੇ ਮੈਂ ਉਸ ਨੂੰ ਆਪ ਨੂੰ ਸਮਾਪਤੀ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਯਹੂਦਾ ਦੀ ਪੱਤਰੀ ਪ੍ਰਕਾਸ਼ ਦੀ ਪੋਥੀ ਦੇ ਨਾਲ ਹੀ ਹੈ। ਯਹੂਦਾ ਦੀ ਇੱਕੋ ਹੀ ਚੈਪਟਰ ਹੈ, ਉਸ ਦੇ ਇੱਕੋ ਹੀ ਚੈਪਟਰ ਦੇ ਵਿੱਚ ਮੈਂ ਆਪ ਦੇ ਨਾਲ ਪੜ੍ਹ ਰਿਹਾ ਹਾਂ। ਕਹਿੰਦਾ ਹੈ 23 ਵਚਨ ਦੇ ਵਿੱਚ, ਕਹਿੰਦਾ ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਕੇ ਬਚਾਓ ਅਤੇ ਉਸ ਵਸਤਰ ਤੋਂ ਵੀ ਜਿਹਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਖ ਕਰਦੇ ਹੋਏ ਕਿੰਨਿਆਂ ਉੱਤੇ ਪੈਰ ਨਾਲ ਦਇਆ ਕਰੋ। ਇਹਦਾ ਮਤਲਬ ਉਹਨਾਂ ਨੂੰ ਅੱਗ ਦੇ ਵਿੱਚੋਂ ਖਿੱਚ ਕੇ ਧੂ ਕੇ ਬਚਾਉਣਾ ਹੈ, ਉਹਨਾਂ ਦੇ ਵਸਤਰਾਂ ਤੋਂ ਵੀ ਬਚਣਾ ਹੈ, ਅੱਗ ਤੋਂ ਵੀ ਬਚਣਾ ਹੈ। ਇਹਦਾ ਮਤਲਬ ਪਾਪ ਤੋਂ ਬਚਣਾ ਹੈ। ਪਾਪੀ ਨੂੰ ਬਚਾਉਣਾ ਹੈ ਤਾਂ ਪਾਪ ਤੋਂ ਬਚਣਾ ਹੈ। ਇਹ ਖੁਸ਼ਖਬਰੀ ਦਾ ਉਦੇਸ਼ ਹੈ ਮੇਰੇ ਅਤੇ ਆਪ ਦੇ ਲਈ। ਔਰ ਉਸ ਦੇ ਨਾਲ ਪ੍ਰਭੂ ਕੀ ਕਹਿ ਰਿਹਾ ਹੈ? ਜੇ ਮੈਂ ਇਹ ਕੰਮ ਕਰ ਰਿਹਾ ਤਾਂ ਪ੍ਰਭੂ ਮੈਨੂੰ ਕੀ ਕਹਿ ਰਿਹਾ? ਮੈਂ 24 ਵਚਨ ਵੀ ਪੜ੍ਹ ਰਿਹਾ, ਯਹੂਦਾ ਦਾ 24 ਅਤੇ 25। ਕਹਿੰਦਾ ਹੁਣ ਜਿਹੜਾ ਸਮਰੱਥ ਹੈ, ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਆਨੰਦ ਸਹਿਤ ਨਿਰਮਲ ਖੜਾ ਕਰ ਸਕਦਾ ਹੈ, ਉਸੇ ਦੀ ਅਰਥਾਤ ਉਸ ਅਦੁੱਤੀ ਪਰਮੇਸ਼ਵਰ ਦੀ ਜੋ ਸਾਡਾ ਮੁਕਤੀ ਦਾਤਾ ਹੈ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾ ਯੁਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾ ਯੁਗਾਂ ਤੀਕਰ ਮਹਿਮਾ, ਪਰਾਕਰਮ, ਮਹਾਨਤਾ ਇਖਤਿਆਰ ਹੋਵੇ। ਆਮੀਨ। ਇਹਦਾ ਮਤਲਬ ਉਹ ਪਰਮੇਸ਼ਰ ਮੇਰੇ ਨਾਲ ਹੈ, ਪ੍ਰਭੂ ਯਿਸੂ ਮਸੀਹ ਦੇ ਵਿੱਚ।
मैं खुशखबरी सुनाउण जांदा हाँ ਤਾਂ ਉਸ ਦੇ ਦੂਤ ਮੇਰੇ ਇਰਦ ਗਿਰਦ ਹੁੰਦੇ। ਮੈਨੂੰ ਡਰ ਨਹੀਂ, ਮੈਨੂੰ ਮੌਤ ਦਾ ਡਰ ਨਹੀਂ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਅੱਜ ਜੇ ਇਹ ਸਰੀਰ ਫਨਾ ਹੋ ਗਿਆ ਤਾਂ ਪ੍ਰਭੂ ਕੋਲ ਇੱਕ ਸਰੀਰ ਮਿਲਣਾ ਹੈ ਜਿਹੜਾ ਹਮੇਸ਼ਾ ਹਮੇਸ਼ਾ ਉਹਦੇ ਨਾਲ ਸੰਗਤ ਦੇ ਵਿੱਚ ਹੋਣਾ ਹੈ। ਮੌਤ ਦਾ ਡਰ ਉਹਨਾਂ ਨੂੰ ਹੈ ਜਿਨ੍ਹਾਂ ਕੋਲ ਪ੍ਰਭੂ ਯਿਸੂ ਮਸੀਹ ਨਹੀਂ, ਜਿਨ੍ਹਾਂ ਕੋਲ ਖੁਸ਼ਖਬਰੀ ਨਹੀਂ, ਜਿਨ੍ਹਾਂ ਕੋਲ ਆਨੰਦ ਦਾ ਸਮਾਚਾਰ ਨਹੀਂ। ਮੇਰੇ ਕੋਲ ਤਾਂ ਆਨੰਦ ਦਾ ਸਮਾਚਾਰ ਹੈ। ਜੇ ਆਨੰਦ ਦਾ ਸਮਾਚਾਰ ਹੈ ਤਾਂ ਉਸ ਨੂੰ ਅਸੀਂ ਇਸ ਖੁੱਲੇ ਹੋਏ ਸਮੇਂ ਦੇ ਵਿੱਚ, ਇਹ ਕਿਰਪਾ ਦਾ ਯੁੱਗ ਹੈ, ਕਿਰਪਾ ਦਾ ਯੁੱਗ ਭਾਵ ਜਿਸ ਦੇ ਅਸੀਂ ਯੋਗ ਨਹੀਂ ਸੀ ਉਸ ਦੇ ਯੋਗ ਬਣਨ ਦਾ ਯੁੱਗ। ਤੁਸੀਂ ਲਾਸਟਿਕ ਦੇਖੀਏ, ਮੈਂ ਕਹਿੰਦਾ ਹਰ ਇੱਕ ਨੇ ਦੇਖੀ ਹੈ। ਜਦੋਂ ਲਾਸਟਿਕ ਨੂੰ ਖਿੱਚੋ ਏਦਾਂ ਖਿੱਚਦੀ ਜਾਂਦੀ ਜਾਂਦੀ ਹੈ, ਖਿੱਚਦੀ ਚੱਲਦੀ ਜਾਂਦੀ। ਇਹ ਉਹ ਕਿਰਪਾ ਦਾ ਯੁੱਗ ਹੈ। ਪਹਿਲਾਂ ਇੱਥੇ ਹੀ ਸੀ ਉਹ, ਪਰ ਉਹ ਹੁਣ ਖਿੱਚ ਹੋ ਗਈ ਹੈ। ਕਿਉਂ ਖਿੱਚ ਹੋ ਗਈ? ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਹਰ ਇੱਕ ਇਸ ਸੰਸਾਰ ਦਾ ਜਿਹੜਾ ਵਿਅਕਤੀ ਹੈ ਉਸ ਤੱਕ ਮੇਰੀ ਖੁਸ਼ਖਬਰੀ ਦਾ ਸੰਦੇਸ਼ ਪਹੁੰਚੇ। ਜਿਹੜਾ ਵਿਸ਼ਵਾਸ ਕਰੇ ਉਹ ਬਚ ਜਾਵੇਗਾ, ਜਿਹੜਾ ਵਿਸ਼ਵਾਸ ਨਹੀਂ ਕਰੇਗਾ ਉਹ ਸਦਾ ਕਾਲ ਦੀ, ਅਨੰਤ ਕਾਲ ਦੀ ਨਰਕ ਦੀ ਅੱਗ ਦੇ ਵਿੱਚ ਚਲਾ ਜਾਏਗਾ। ਫੈਸਲਾ ਅਸੀਂ ਕਰਨਾ ਹੈ। ਅਸੀਂ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਸੁਣਾ ਕੇ ਦੂਸਰਿਆਂ ਨੂੰ ਬਚਾਉਣਾ ਹੈ ਜਾਂ ਅਸੀਂ ਆਪਣੇ ਤੱਕ ਉੱਥੇ ਸੀਮਤ ਰਹਿਣਾ ਹੈ ਜਿੱਥੇ ਇੱਕ ਵਿਅਕਤੀ ਨੂੰ 5 ਦਾ ਸਿੱਕਾ ਦਿੱਤਾ ਗਿਆ। ਉਹਨੇ 5 ਦਾ ਸਿੱਕਾ ਜ਼ਮੀਨ 'ਚ ਜਾ ਕੇ ਗੱਡ ਦਿੱਤਾ ਅਤੇ ਉਹਨੇ ਕਿਹਾ ਜਦੋਂ ਮੇਰਾ ਮਾਲਕ ਆਏਗਾ ਤਾਂ ਮੈਂ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਉਸ ਨੂੰ ਦੇ ਦੇਵੇਗਾ। ਤਾਂ ਮਾਲਕ ਉਹਨੂੰ ਕੀ ਕਹੇਗਾ? ਹੇ ਨਿਕੰਮੇ ਦਾਸ, ਇੱਥੋਂ ਦੂਰ ਹੋ ਜਾ। ਜੋ ਉਸ ਨੂੰ ਦਿੱਤਾ ਗਿਆ ਉਹ ਵੀ ਉਸ ਤੋਂ ਖੋਹ ਲਿੱਤਾ ਜਾਏਗਾ। ਅਸੀਂ ਨਿਕੰਮੇ ਦਾਸ ਨਹੀਂ ਬਣਨਾ ਹੈ, ਅਸੀਂ ਨਿਕੰਮੇ ਵਿਸ਼ਵਾਸੀ ਨਹੀਂ ਬਣਨਾ ਹੈ, ਅਸੀਂ ਨਿਕੰਮੇ ਵਿਸ਼ਵਾਸੀ ਨਹੀਂ ਬਣਨਾ ਹੈ। ਅਸੀਂ ਪਰਮੇਸ਼ਰ ਕੋਲ ਮਿਹਨਤਕਸ਼ ਵਿਸ਼ਵਾਸੀ ਬਣਨਾ ਹੈ। ਉਹ ਮਿਹਨਤਕਸ਼ ਵਿਸ਼ਵਾਸੀ ਜਿਨ੍ਹਾਂ ਦੇ ਲਈ ਪਰਮੇਸ਼ਰ ਦਾ ਦਾਸ ਪੌਲਸ ਕਰੰਥ ਦੇ 15 ਅਧਿਆਏ ਉਸ ਦੇ 58 ਵਚਨ ਦੇ ਵਿੱਚ ਉਹ ਕੀ ਕਹਿ ਰਿਹਾ ਹੈ? ਮੈਨੂੰ ਅਤੇ ਆਪ ਨੂੰ ਉਸ ਦੇ ਰਾਹੀਂ ਉਹ ਤਸੱਲੀ ਦੇ ਰਿਹਾ ਹੈ। ਕੀ ਕਹਿ ਰਿਹਾ ਹੈ? ਉਹ ਵਚਨ ਮੈਂ ਆਪ ਦੇ ਲਈ ਪੜ੍ਹ ਰਿਹਾ। ਕਹਿੰਦਾ ਹੈ, ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਅਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵਧਦੇ ਜਾਓ, ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ। ਪ੍ਰਭੂ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਦੇਗਾ। ਇਸ ਲਈ ਆਓ, ਇਹ ਜੋ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਾਪੀ ਮਨੁੱਖ ਦੇ ਲਈ ਪਾਪਾਂ ਤੋਂ ਆਜ਼ਾਦ ਹੋਣ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ ਹੈ, ਉਸ ਦਾ ਪ੍ਰਚਾਰ ਅਸੀਂ ਉਹਦੀ ਆਮਦ ਤੱਕ ਕਰਦੇ ਰਹੀਏ ਤਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਮਿਹਨਤ ਦਾ ਪ੍ਰਤੀਫਲ ਪ੍ਰਾਪਤ ਕਰ ਪਰਮੇਸ਼ਰ ਦੀ ਮਹਿਮਾ ਵਡਿਆਈ ਕਰ ਸਕੀਏ। ਪ੍ਰਭੂ ਸਾਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ ਔਰ ਪ੍ਰਭੂ ਇਸ ਕਾਰਜ ਦੇ ਲਈ ਆਪ ਦੇ ਨਾਲ ਹੋਵੇ। ਜੈ ਮਸੀਹ ਦੀ। ਮਾਰਾਨਾ।